ਜਿੰਨੇ ਵੀ ਲੀਡਰ ਹੁਣ ਅਨਿਲ ਜੋਸ਼ੀ ਜਾਂ ਉਹਨਾਂ ਦੇ ਨਾਲ ਗਏ ਨੇ, ਮੈਨੂੰ ਇਹ ਲੱਗਦਾ ਕਿ ਮੌਜੂਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਹੈ, ਇਹਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਅੰਦਰੂਨੀ ਮਤਭੇਦ ਸੀ। ਖੜਕਦੀ ਕਿਹਦੀ ਨਹੀਂ ਅੱਜ ਕੱਲ, ਮਗਰ ਅਸੀਂ ਹੁਣ ਰਲ ਕੇ ਖੜਕਾ ਕਰਨਾ ਹੈ। ਔਰ ਜਦੋਂ ਰਲ ਕੇ ਖੜਕਾ ਕੀਤਾ ਤੇ ਠੋਕੋ ਤਾਲੀ ਨੂੰ ਵੀ ਖੜਕਾ ਕੇ ਰੱਖ ਦਿਆਂਗੇ। ਪਰ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਜਿਹੜੇ ਲੀਡਰ ਅਕਾਲੀ ਦਲ ਬੀਜੇਪੀ ਦੇ ਆਪਣੇ ਨਾਲ ਲੈ ਕੇ ਆ ਗਏ, ਕੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜਾਂ ਨਹੀਂ। ਬੰਦੇ ਬੰਦੇ ਤੇ ਨਿਰਭਰ ਹੁੰਦਾ ਹੈ। ਉਸੇ ਕੁਰਸੀ ਤੇ ਅੱਜ ਕਾਂਗਰਸ ਦਾ ਪ੍ਰਧਾਨ ਬੈਠਾ ਸੀ, ਉਸੇ ਮਹਿਕਮੇ 'ਚ ਇੱਕ ਨਹੀਂ ਲੱਗੀ 2.5 ਸਾਲ ਜਦੋਂ ਮੰਤਰੀ ਉਸ ਮਹਿਕਮੇ ਦਾ ਸੀ। ਫਰਕ ਹੈ ਕਿਉਂਕਿ ਉਹਦੇ ਮਨ 'ਚ ਸੋਚ ਤਰੱਕੀ ਨਹੀਂ, ਉਹਦੀ ਕੱਲੀ ਸੋਚ ਹੈ ਐਵੇਂ ਰੌਲਾ ਪਾਉਣਾ, ਡਰਾਮੇ ਕਰਨੇ। ਸੋ ਬਹੁਤ ਸਾਰੇ ਲੀਡਰ ਜਦੋਂ ਚੋਣਾਂ ਤੋਂ ਪਹਿਲਾਂ ਦਾ ਵਕਤ ਹੁੰਦਾ ਨਾ, ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਆਪਣੀ ਸਹੂਲਤ ਦੇ ਮੁਤਾਬਕ ਪਾਰਟੀ ਬਣਦੇ ਵੀ ਕੀ ਉਹਨਾਂ ਨੂੰ ਮੌਜੂਦਾ ਪਾਰਟੀ ਦੇ ਵਿੱਚ ਟਿਕਟ ਮਿਲੂਗੀ। ਅਗਰ ਮਿਲਦੀ ਲੱਗਦੀ ਹੈ ਤੇ ਉਹ ਪਾਰਟੀ 'ਚ ਬਰਕਰਾਰ ਰਹਿੰਦੇ ਆ, ਅਗਰ ਨਹੀਂ ਮਿਲਦੀ ਲੱਗਦੀ ਤੇ ਕਈ ਵਾਰੀ ਉਹ ਪਾਰਟੀ। ਜੋਸ਼ੀ ਜੀ ਦੀ ਆਦਤਾਂ ਮੇਰੀਆਂ ਵਰਗੀਆਂ ਹੀ ਹੈ, ਦਲੇਰ ਵੀ ਪੂਰੇ ਹੈ, ਧੱਕੜ ਵੀ ਹੈ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ। ਖਾਸ ਪ੍ਰੋਗਰਾਮ ਜਿਸ ਦੇ ਵਿੱਚ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਚੱਲ ਰਹੀ ਰੇੜਕੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਉੱਤੇ ਮੁਲਾਕਾਤ ਹੋਈ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ। ਉਸ ਤੋਂ ਬਾਅਦ ਜੋ ਮੰਗ ਇੱਕ ਚਿੱਠੀ ਦੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਵੱਲੋਂ ਕੀਤੀ ਗਈ ਸੀ, ਉਹ ਮੰਗ ਮੰਨੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ। ਉਸ ਦੇ ਉੱਤੇ ਵੀ ਚਰਚਾ ਰਹੇਗੀ। ਚਰਚਾ ਕਰਾਂਗੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਫਸਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਨੇ, ਇਸ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ, ਉਸ ਦੇ ਉੱਤੇ ਵੀ ਟਿੱਪਣੀ ਰਹੇਗੀ। ਉਧਰ ਅਕਾਲੀ ਦਲ ਦੇ ਵੱਲੋਂ ਭਾਜਪਾ ਨੂੰ ਵੱਡਾ ਝਟਕਾ ਦੇਣ ਤੋਂ ਬਾਅਦ ਅਨਿਲ ਜੋਸ਼ੀ ਨੂੰ ਆਪਣੇ ਵਿੱਚ ਸ਼ਾਮਲ ਕਰਾ ਲਿਆ ਗਿਆ ਹੈ ਤੇ ਚਰਚਾ ਕਿਸਾਨਾਂ ਦੇ ਗੰਨਾ ਅੰਦੋਲਨ ਦੇ ਬਾਰੇ ਵੀ ਕਰਾਂਗੇ। ਗੰਨੇ ਦੀ ਮੁੱਲ ਨੂੰ ਲੈ ਕੇ ਜੋ ਜਲੰਧਰ ਸ਼ਹਿਰ ਦੇ GT ਰੋਡ ਦੇ ਉੱਤੇ ਪ੍ਰਦਰਸ਼ਨ ਦੀ ਆਰੰਭਤਾ ਹੋਈ ਹੈ, ਉਸ ਦੇ ਉੱਤੇ ਵੀ ਚਰਚਾ ਰਹੇਗੀ। ਸਭ ਤੋਂ ਪਹਿਲਾਂ ਡਾਲਾ ਸਾਹਿਬ ਦਾ ਸਵਾਗਤ ਕਰਾਂਗੇ। ਡਾਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ। ਡਾਲਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੱਲ ਤੜਕਸਾਰ ਹੀ ਇੱਕ ਚਿੱਠੀ ਲੈ ਕੇ ਜਾਂਦੇ ਨੇ ਤੇ ਉਸ ਚਿੱਠੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਦੇ ਵੱਲੋਂ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ, ਜੋ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਉਹ ਸਾਰਾ ਕੁਝ ਮੰਨਿਆ ਗਿਆ ਹੈ। ਦੇਖੋ, ਨਿਸ਼ਚਿਤ ਤੌਰ ਦੇ ਉੱਤੇ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਪ੍ਰਧਾਨ ਬਣੇ ਨੇ, ਲਗਾਤਾਰ ਉਹਨਾਂ ਦਾ ਇਹ ਪਹਿਲ ਦੇ ਆਧਾਰ ਦੇ ਉੱਤੇ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ, ਉਹਨਾਂ ਤੇ ਸੁਣਵਾਈ ਹੋਏ। ਔਰ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਜਿਹੜੇ ਪੰਜਾਬ ਦੀ ਸਰਕਾਰ ਦੇ ਮੰਤਰੀ ਨੇ, ਉਹ ਲੋਕਾਂ ਦੇ ਨਾਲ ਸਿੱਧੇ ਰਾਬਤੇ ਦੇ ਵਿੱਚ ਆਉਣ। ਆਮ ਤੌਰ ਤੇ ਮੰਤਰੀ ਨੇ ਜਿਹੜੇ, ਉਹ ਆਪਣੇ ਸਿਵਲ ਸਕੱਤਰੇਤ ਵਾਲੇ ਦਫ਼ਤਰਾਂ ਦੇ ਵਿੱਚ ਬੈਠਦੇ ਨੇ, ਸੈਕਟਰੀਏਟ ਕਹਿੰਦੇ ਆ ਜਿਹਨੂੰ, ਔਰ ਹਰ ਆਮ ਵਿਅਕਤੀ ਦੇ ਲਈ ਉੱਥੇ ਆਪਣੇ ਕੰਮ ਲਈ ਪਹੁੰਚਣਾ ਆਸਾਨ ਨਹੀਂ ਹੁੰਦਾ। ਬਹੁਤ ਸਾਰੇ ਲੋਕ ਅਸੀਂ ਦੇਖਦੇ ਹਾਂ ਮੰਤਰੀਆਂ ਦੇ ਘਰਾਂ 'ਚ ਸਵੇਰੇ ਸਵੇਰੇ ਪਹੁੰਚੇ ਹੁੰਦੇ ਨੇ। ਕੋਈ ਜਲੰਧਰੋਂ ਚੱਲ ਕੇ ਆਉਂਦਾ, ਜੇ ਮੰਤਰੀ ਜਲੰਧਰ ਦਾ ਹੈ ਤੇ ਕੋਈ ਅੰਮ੍ਰਿਤਸਰੋਂ ਜਾ ਰਿਹਾ ਹੈ, ਕੋਈ ਪਠਾਨਕੋਟ ਤੋਂ ਜਾ ਰਿਹਾ ਹੈ, ਕੋਈ ਬਠਿੰਡੇ ਤੋਂ ਜਾ ਰਿਹਾ ਹੈ। ਜਦਕਿ ਪੰਜਾਬ ਕਾਂਗਰਸ ਦਾ ਜਿਹੜਾ ਦਫ਼ਤਰ ਹੈ, ਕਾਂਗਰਸ ਭਵਨ, ਮੰਤਰੀ ਉਸ ਕਾਂਗਰਸ ਭਵਨ ਦੇ ਵਿੱਚ ਬਹਿਣ। ਇਹ ਨਵਜੋਤ ਸਿੰਘ ਸਿੱਧੂ ਨੇ ਇੱਕ ਵਿਵਸਥਾ, ਜਦੋਂ ਉਹਨਾਂ ਨੇ ਪ੍ਰਧਾਨਗੀ ਦਾ ਅਹੁਦਾ ਸਾਂਭਿਆ ਸੀ, ਉਸ ਦਿਨ ਕਿਹਾ ਸੀ ਕਿ ਇਹ ਵਿਵਸਥਾ ਉਹ ਲਾਗੂ ਕਰਨਾ ਚਾਹੁੰਦੇ ਨੇ। ਔਰ ਮੈਨੂੰ ਇਹ ਲੱਗਦਾ ਹੈ ਕਿ ਦੇਰ ਆਏ ਦਰੁਸਤ ਆਏ, ਬੜਾ ਚੰਗਾ ਹੁੰਦਾ ਅਗਰ ਇਹ ਵਿਵਸਥਾ ਹਮੇਸ਼ਾ ਚੱਲਦੀ। ਜਦੋਂ ਵੀ ਕਿਸੇ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਕਿਸੇ ਵੀ ਪਾਰਟੀ ਦੇ ਜਿਹੜੇ ਮੰਤਰੀ ਨੇ ਸਰਕਾਰ ਦੇ, ਉਹਨਾਂ ਨੂੰ ਜ਼ਰੂਰ ਆਪਣੇ ਦਫ਼ਤਰਾਂ 'ਚ ਬਹਿਣਾ ਚਾਹੀਦਾ ਹੈ, ਜਿੱਥੇ ਲੋਕ ਉਹਨਾਂ ਨੂੰ ਆ ਕੇ ਮਿਲ ਸਕਣ। ਸਿਵਲ ਸਕੱਤਰੇਤ ਸੁਰੱਖਿਆ ਬਹੁਤ ਜ਼ਿਆਦਾ ਹੁੰਦੀ ਹੈ, ਪਾਸ ਬਣਾਉਣੇ ਪੈਂਦੇ ਨੇ। ਜਦਕਿ ਕਾਂਗਰਸ ਭਵਨ 'ਚ ਜਦੋਂ ਲੋਕ ਆਉਂਦੇ ਨੇ, ਜਾਂ ਅਗਰ ਅਕਾਲੀ ਦਲ ਦੀ ਸਰਕਾਰ ਕਿਸੇ ਸਮੇਂ ਸੀ ਤੇ ਅਕਾਲੀ ਦਲ ਦੇ ਦਫ਼ਤਰ 'ਚ ਅਕਸਰ ਜਿਹੜੇ ਪਾਰਟੀ ਪ੍ਰਧਾਨ ਨੇ ਜਾਂ ਉਹਨਾਂ ਦੇ ਹੋਰ ਜਿਹੜੇ ਲੀਡਰ ਨੇ ਜਾਂ ਮੰਤਰੀ ਨੇ, ਉਹ ਮੁਲਾਕਾਤਾਂ ਕਰਦੇ ਰਹੇ ਆ ਪਿਛਲੇ ਸਮਿਆਂ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ ਤਾਂ ਆਪ ਬੜੇ ਮਸ਼ਹੂਰ ਸੀ ਸੰਗਤ ਦਰਸ਼ਨ ਦੇ ਲਈ। ਅਸੀਂ ਦੇਖਦੇ ਹਾਂ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਵਿੱਚ ਚਲੇ ਜਾਂਦੇ ਸੀ, ਸਮਾਗਮ ਹੁੰਦਾ ਸੀ, ਉੱਥੇ ਡਿਪਟੀ ਕਮਿਸ਼ਨਰ ਔਰ ਬਾਕੀ ਦਫ਼ਤਰ ਦੇ ਜਿਹੜੇ ਬਾਕੀ ਜ਼ਿਲ੍ਹੇ ਦੇ ਅਧਿਕਾਰੀ ਨੇ ਬੈਠਦੇ ਸੀ।
ਸੋ ਉਹਦੇ ਪਿੱਛੇ ਉਦੇਸ਼ ਇਹੀ ਸੀ ਕਿ ਜਿਹੜੇ ਆਮ ਲੋਕ ਨੇ ਉਹ ਆਪਣੀਆਂ ਸਮੱਸਿਆਵਾਂ ਦੇ ਲਈ ਚੰਡੀਗੜ੍ਹ ਚੱਲ ਕੇ ਨਾ ਪਹੁੰਚਣ। ਕਿੰਨੀਆਂ ਰੁਕਾਵਟਾਂ ਨੇ, ਕਿੰਨੀ ਮਹਿੰਗਾਈ ਹੈ, ਕਿੰਨੇ ਪੈਟਰੋਲ ਡੀਜ਼ਲ ਵਧੇ ਹੋਏ ਨੇ, ਕੋਵਿਡ ਵਰਗੇ ਹਾਲਾਤ ਸਾਡੇ ਸੂਬੇ ਨੇ ਦੇਖੇ ਨੇ, ਹੁਣ ਵੀ ਖਤਰਾ ਹਜੇ ਟਲਿਆ ਨਹੀਂ ਹੈ। ਸੋ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਹ ਫੈਸਲਾ ਲਾਗੂ ਕਰਾਇਆ ਹੈ, ਇਹ ਚੰਗਾ ਫੈਸਲਾ ਹੈ। ਪੰਜਾਬ 'ਚ ਇਹਦਾ ਭਰਵਾਂ ਸਵਾਗਤ ਹੋ ਰਿਹਾ ਔਰ ਹਰ ਵਰਗ ਵੱਲੋਂ ਸਵਾਗਤ ਕੀਤਾ ਜਾ ਰਿਹਾ, ਕਿਉਂਕਿ ਜ਼ਰੂਰੀ ਨਹੀਂ ਕਿ ਕਾਂਗਰਸ ਭਵਨ ਦੇ ਵਿੱਚ ਸਿਰਫ ਕਾਂਗਰਸ ਨਾਲ ਸੰਬੰਧਿਤ ਲੋਕ ਹੀ ਜਾਣਗੇ। ਕਾਂਗਰਸ ਭਵਨ ਵੀ ਇੱਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਲਈ ਕਾਂਗਰਸ ਵੱਲੋਂ ਇੱਕ ਸਹੂਲਤ ਪ੍ਰਦਾਨ ਕਰਨ ਵਾਲਾ ਦਫ਼ਤਰ ਹੈ, ਜਿੱਥੇ ਪਾਰਟੀ ਤੋਂ ਜਿਹਦੀ ਵੀ ਸਰਕਾਰ ਹੈ, ਅਗਰ ਕਾਂਗਰਸ ਦੀ ਸਰਕਾਰ ਹੈ ਤਾਂ ਵੀ ਲੋਕ ਕਾਂਗਰਸ ਭਵਨ ਜਾ ਸਕਦੇ ਨੇ, ਅਗਰ ਕਾਂਗਰਸ ਦੀ ਸਰਕਾਰ ਨਹੀਂ ਤਾਂ ਵੀ ਆਪਣੇ ਲੋਕ ਕਾਂਗਰਸ ਭਵਨ ਜਾ ਸਕਦੇ ਨੇ। ਪਾਰਟੀ ਪ੍ਰਧਾਨ ਨੂੰ ਆਪਣੇ ਮੰਗ ਪੱਤਰ, ਆਪਣੀਆਂ ਜ਼ਰੂਰਤਾਂ, ਕੋਈ ਡਿਮਾਂਡ ਚਾਹੁੰਦੇ ਨੇ, ਉਹ ਕੋਈ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕੋਈ ਭੂਮਿਕਾ ਚਾਹੁੰਦੇ ਨੇ, ਉਹ ਦੱਸ ਸਕਦੇ ਨੇ। ਸੋ ਹੁਣ ਮੰਤਰੀ ਬੈਠਿਆ ਕਰਨਗੇ, ਪੂਰਾ ਪ੍ਰੋਗਰਾਮ ਲੋਕਾਂ ਨੂੰ ਜਾਣੂ ਹੋ ਚੁੱਕੇ ਨੇ ਲੋਕ ਕਿ ਰੋਜ਼ ਇੱਕ ਮੰਤਰੀ ਬੈਠਿਆ ਕਰਨਗੇ ਔਰ 3 ਘੰਟੇ ਮੰਤਰੀ ਬੈਠਣਗੇ ਔਰ ਸੰਬੰਧਿਤ ਮੰਤਰੀ ਦੇ ਨਾਲ ਜਿੰਨੇ ਵੀ ਲੋਕਾਂ ਨੂੰ ਕੋਈ ਕੰਮ ਕਾਜ ਹੋਣਗੇ, ਭਾਵੇਂ ਉਹ ਕਾਂਗਰਸ ਦੇ ਵਲੰਟੀਅਰਸ ਨੇ, ਭਾਵੇਂ ਸਧਾਰਨ ਨਾਗਰਿਕ ਨੇ ਪੰਜਾਬ ਦੇ, ਉਹ ਸਾਰੇ ਲੋਕ ਮੰਤਰੀ ਕੋਲੇ ਜਾ ਸਕਦੇ ਨੇ, ਆਪਣੀ ਸਮੱਸਿਆ ਲੈ ਕੇ ਜਾ ਸਕਦੇ ਨੇ ਗਗਨ। ਔਰ ਮੈਨੂੰ ਇਹ ਲੱਗਦਾ ਕਿ ਜਿਹੜਾ ਪੋਲੀਟੀਕਲ ਰਿਫਾਰਮਸ ਦੀ ਗੱਲ ਹੈ ਨਾ, ਇਹ ਸ਼ੁਰੂਆਤ ਕਰਤੀ ਨਵਜੋਤ ਸਿੰਘ ਸਿੱਧੂ ਨੇ ਪੋਲੀਟੀਕਲ ਰਿਫਾਰਮਸ ਦੀ। ਬਹੁਤ ਸਾਰੀਆਂ ਚੁਣੌਤੀਆਂ ਨੇ ਪੰਜਾਬ ਅੱਗੇ, ਉਹਨਾਂ ਦੇ ਵਿੱਚੋਂ ਇਹ ਵੀ ਇੱਕ ਹੈ। ਉਹ ਠੀਕ ਹੈ ਕਿ 18 ਸੂਤਰੀ ਏਜੰਡਾ ਲਾਗੂ ਕਰਾਉਣ ਲਈ ਲਗਾਤਾਰ ਯਤਨਸ਼ੀਲ ਨੇ ਨਵਜੋਤ ਸਿੰਘ ਸਿੱਧੂ, ਔਰ 18 ਸੂਤਰੀ ਏਜੰਡੇ ਚੋਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਗਗਨ ਜੀ ਕਿ ਪਹਿਲੀਆਂ 2, 3, 4, 5 ਜਿਹੜੀਆਂ ਮੁੱਖ ਜ਼ਰੂਰਤਾਂ ਨੇ, ਅਗਰ ਉਹ ਵੀ ਸਰਕਾਰ ਵੱਲੋਂ ਪ੍ਰਵਾਨ ਕਰ ਲਈਆਂ ਜਾਣ ਤੇ ਉਹਦੇ ਨਾਲ ਵੀ ਪੰਜਾਬ ਦੇ ਵਿੱਚ ਲੋਕ ਸੁੱਖ ਦਾ ਸਾਹ ਲੈਣਗੇ। ਪਰ ਇਹ ਚੰਗਾ ਫੈਸਲਾ ਹੈ, ਮੰਤਰੀਆਂ ਨੂੰ ਬੈਠਣਾ ਚਾਹੀਦਾ ਔਰ ਮੰਤਰੀ ਹੁਣ ਬੈਠਣਗੇ, ਜਿਹਦੇ ਨਾਲ ਕਾਂਗਰਸ ਦੇ ਵਰਕਰਾਂ ਦੇ ਵਿੱਚ ਇੱਕ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ। ਔਰ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਦੇ ਵਰਕਰ ਲਗਾਤਾਰ ਇਸ ਤਰੀਕੇ ਦੀਆਂ ਗੱਲਾਂ ਕਰਦੇ ਸੀ ਕਿ ਸਰਕਾਰ 'ਚ ਉਹਨਾਂ ਦੀ ਸੁਣਵਾਈ ਨਹੀਂ, ਕਿਉਂਕਿ ਅਕਸਰ ਹੁੰਦਾ ਕਿਸੇ ਵੀ ਪਾਰਟੀ ਦੀ ਜਦੋਂ ਸਰਕਾਰ ਬਣਦੀ ਹੈ ਨਾ, ਉੱਥੋਂ ਦੇ ਮੰਤਰੀਆਂ ਦਾ ਆਪਣੀ ਪਾਰਟੀ ਦੇ ਦੂਜੇ ਵਰਕਰਾਂ ਪ੍ਰਤੀ ਰਵੱਈਆ ਕੀ ਹੈ, ਆਚਰਣ ਕੀ ਹੈ, ਇਹਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ। ਔਰ ਜਿਹੜੀ ਵੀ ਪਾਰਟੀ ਆਪਣੇ ਵਲੰਟੀਅਰਸ, ਆਪਣੇ ਵਰਕਰਸ ਦੀਆਂ ਭਾਵਨਾਵਾਂ ਦੇ ਮੁਤਾਬਕ ਉਹਨਾਂ ਦੀ ਸੁਣਵਾਈ ਕਰਦੀ ਹੈ, ਸੁਣਵਾਈ ਪਹਿਲ ਦੇ ਆਧਾਰ ਤੇ ਹੋਣੀ ਹੈ, ਤਰਜੀਹ ਦੇ ਆਧਾਰ ਤੇ ਹੋਣੀ ਹੈ, ਔਰ ਜਿਹੜੀ ਵੀ ਕੋਈ ਕਾਰਵਾਈ ਹੋਣੀ ਹੈ ਉਹ ਮੈਰਿਟ ਤੇ ਹੋਣੀ ਹੈ। ਇਹ ਨਹੀਂ ਵੀ ਅਗਰ ਕੋਈ ਕਿਸੇ ਪਾਰਟੀ ਦਾ ਵਲੰਟੀਅਰ ਹੈ ਤੇ ਉਹਦਾ ਗਲਤ ਕੰਮ ਵੀ ਕੋਈ ਕਰ ਦੂਗਾ ਮੰਤਰੀ, ਨਹੀਂ, ਕੰਮ ਦੀ ਤਰਜੀਹੀ ਦੇ ਉੱਤੇ ਹੋਣਾ, ਪਰ ਸੁਣਵਾਈ ਹੋਵੇ, ਸੁਣੀ ਜਾਵੇ ਗੱਲ, ਆਮ ਲੋਕਾਂ ਦੀ ਵੀ ਗੱਲ ਸੁਣੀ ਜਾਵੇ। ਕਈ ਵਾਰੀ ਮੈਂ ਅਕਸਰ ਦੇਖਦਾ ਹੁੰਦਾ, ਕਈ ਡਿਪਟੀ ਕਮਿਸ਼ਨਰ ਬੜੇ ਸਿਆਣੇ ਮੈਨੂੰ ਲੱਗਦੇ ਨੇ ਗਗਨ। ਮੈਂ ਕਈ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ 'ਚ ਇੰਨੇ ਸਮਿਆਂ 'ਚ ਗਿਆ, ਕਈ ਡਿਪਟੀ ਕਮਿਸ਼ਨਰ ਮੈਂ ਦੇਖਿਆ ਸਵੇਰੇ ਉਹ ਆਪਣੇ ਸਟਾਫ ਨੂੰ ਕਹਿ ਦਿੰਦੇ ਨੇ ਕਿ ਕੋਈ ਵੀ ਸਿਆਣੇ ਬਜ਼ੁਰਗ ਆ ਜਾਣ, ਕੋਈ ਸਾਡੀ ਮਾਤਾ ਆ ਜੇ, ਬਜ਼ੁਰਗ ਆ ਜੇ, ਕੋਈ ਮਰੀਜ਼ ਹੋਵੇ, ਤੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਮੇਰੇ ਕੋਲੇ ਲੈ ਕੇ ਆਓ, ਜੋ ਵੀ ਉਹਨਾਂ ਦੀ ਦਰਖਾਸਤ ਹੈ ਉਹਨੂੰ ਮਾਰਕ ਕੀਤਾ ਜਾਵੇ, ਜੋ ਉਹਨਾਂ ਦਾ ਕੰਮ ਹੈ ਉਹਨੂੰ ਕੀਤਾ ਜਾਵੇ। ਔਰ ਕਈ ਅਫਸਰ ਇਹੋ ਜਿਹੇ ਨੇ ਜਿਹੜੇ ਪ੍ਰਵਾਹ ਨਹੀਂ ਕਰਦੇ ਕਿ ਬਾਹਰ ਕਿੰਨੇ ਲੋਕ ਕਿੰਨੇ ਸਮੇਂ ਤੋਂ ਬੈਠੇ ਨੇ। ਸੋ ਫਰਕ ਹੁੰਦਾ ਹੈ, ਸੋਚ ਦਾ ਫਰਕ ਹੁੰਦਾ ਹੈ। ਹੁਣ ਸਮਾਂ ਜਿਹੜਾ ਉਹ ਹਮੇਸ਼ਾ ਸਾਨੂੰ ਲੋਕਾਂ ਨੂੰ ਡਿਲੀਵਰ ਕਰਨ ਵਾਲੇ ਪਾਸੇ ਸੋਚਣਾ ਚਾਹੀਦਾ, ਔਰ ਅਫਸਰਾਂ ਨੂੰ ਵੀ ਚਾਹੀਦਾ ਕਿ ਜਿੰਨੇ ਬਜ਼ੁਰਗ ਆਉਂਦੇ ਨੇ, ਸਿਆਣੀ ਉਮਰ ਦੇ ਆਉਂਦੇ ਨੇ, ਉਹਨਾਂ ਨੂੰ ਵੀ ਤਰਜੀਹ ਦੇ ਆਧਾਰ ਦੇ ਉੱਤੇ ਉਹਨਾਂ ਦੇ ਕੰਮ ਕਰਕੇ ਉਹਨਾਂ ਨੂੰ ਫਾਰਗ ਕੀਤਾ। ਸੋ ਇਹ ਫੈਸਲਾ ਜਿਹੜਾ ਗਗਨ, ਮੈਨੂੰ ਲੱਗਦਾ ਹੈ ਕਾਫੀ ਅਹਿਮੀਅਤ ਵਾਲਾ ਫੈਸਲਾ ਹੈ ਔਰ ਇਹਦੇ ਚੰਗੇ ਨਤੀਜੇ ਭਵਿੱਖ 'ਚ ਦਿਖਣਗੇ। ਬਿਲਕੁਲ, ਸੋ ਇਹ ਜ਼ਰੂਰ ਹੈ ਕਿ ਜੋ ਫੈਸਲੇ ਨੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਲਈ ਹੋਣੇ ਚਾਹੀਦੇ ਨੇ, ਤਾਂ ਹੀ ਪੰਜਾਬ ਦੇ ਭਵਿੱਖ ਦੇ ਲਈ ਉਹ ਫੈਸਲੇ ਜ਼ਰੂਰ ਮੰਨੇ ਜਾਣਗੇ। ਸੋ ਡੱਲਾ ਸਾਹਿਬ, ਉਧਰ ਦੂਜੇ ਪਾਸੇ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਵੱਡੇ ਪੱਧਰ ਦੇ ਉੱਤੇ ਅਫਸਰਾਂ ਦੀ ਫੇਰ ਬਦਲ ਕਰ ਦਿੱਤੀ ਗਈ ਹੈ, ਵੱਡੇ ਅਫਸਰਾਂ ਨੂੰ ਇੱਕ ਸ਼ਹਿਰ ਤੋਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਹੈ, ਕਿੱਦਾਂ ਵੇਖ ਰਹੇ ਹੋ ਚੋਣਾਂ ਤੋਂ ਪਹਿਲਾਂ ਅਜਿਹੀਆਂ ਨਿਯੁਕਤੀਆਂ ਨੂੰ? ਦੇਖੋ, ਚੋਣਾਂ ਤੋਂ ਪਹਿਲਾਂ ਅਕਸਰ ਤਬਾਦਲੇ ਹੁੰਦੇ ਨੇ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਚੋਣਾਂ ਨੂੰ ਹਜੇ 5-6 ਮਹੀਨੇ ਦਾ ਵਕਤ ਪਿਆ। ਹਜੇ ਅਸੀਂ ਅਗਸਤ 'ਚ ਔਰ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਸੋ ਚੋਣਾਂ ਨੂੰ ਹਜੇ ਵਕਤ ਹੈ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ। ਔਰ 6 ਮਹੀਨੇ ਪਹਿਲਾਂ ਜਿਹੜੇ ਤਬਾਦਲੇ ਹੋਏ ਨੇ, ਇਹ ਮੈਨੂੰ ਲੱਗਦਾ ਹੈ ਰੂਟੀਨ ਦੇ ਤਬਾਦਲੇ ਨੇ, ਕਿਉਂਕਿ ਬਹੁਤ ਲੰਮਾ ਸਮਾਂ ਬਹੁਤ ਸਾਰੇ ਅਫਸਰ ਨੇ ਜਿਹੜੇ ਉਹ ਆਪਣੇ ਅਹੁਦਿਆਂ ਦੇ ਉੱਤੇ ਤੈਨਾਤ ਸੀ। ਔਰ ਮੇਰਾ ਇਹ ਮੰਨਣਾ ਹੈ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਜਦੋਂ ਜਿਹੜੇ ਅਫਸਰ ਨੇ ਉਹ ਇੱਕੋ ਸ਼ਹਿਰ ਜਾਂ ਜ਼ਿਲ੍ਹੇ 'ਚ ਰਹਿੰਦੇ ਨੇ, ਕਿਤੇ ਨਾ ਕਿਤੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੁਣ ਇਹਨਾਂ ਦੀਆਂ ਸੇਵਾਵਾਂ ਅਸੀਂ ਜ਼ਿਲ੍ਹਾ ਬਦਲ ਕੇ ਲਈਏ ਤਾਂ ਕਿ ਨਵੀਂ ਊਰਜਾ, ਨਵਾਂ ਸੰਚਾਰ ਉਹਨਾਂ ਦੇ ਵਿੱਚ ਆਵੇ। ਹਾਂ, ਇਹ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ ਦੇ ਜੋ ਮੈਨੂੰ ਪਤਾ ਲੱਗਿਆ ਹੈ ਗਗਨ ਜੀ, ਪੁਲਿਸ ਮੁਖੀ ਬਦਲੇ ਗਏ ਨੇ, ਕਈ ਕਮਿਸ਼ਨਰ ਬਦਲੇ ਗਏ ਨੇ
ਔਰ 64 ਦੇ ਕਰੀਬ ਡੀਐਸਪੀ ਬਦਲੇ ਗਏ ਨੇ। ਚੋਣਾਂ ਤੋਂ ਪਹਿਲਾਂ ਕਾਫੀ ਵੱਡੇ ਤਬਾਦਲੇ ਨੇ ਔਰ ਸਰਕਾਰ ਦੀ ਕੋਸ਼ਿਸ਼ ਹੈ ਕਿ ਇਹਨਾਂ ਤਬਾਦਲਿਆਂ ਦੇ ਜ਼ਰੀਏ ਲੋਕਾਂ ਦੇ ਪ੍ਰਤੀ, ਲੋਕਾਂ ਦੇ ਵਿੱਚ ਜਿਹੜੀ ਜਿਗਿਆਸਾ ਹੈ ਕਿ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਹੋਰ ਚੰਗੀਆਂ ਸਹੂਲਤਾਂ ਮਿਲਣ, ਇਹ ਉਹ ਕੋਸ਼ਿਸ਼ ਹੈ ਸਰਕਾਰ ਦੀ। ਸੋ ਬਹੁਤ ਸਾਰੇ ਜਿਹੜੇ ਅਫਸਰ ਨੇ ਉਹਨਾਂ ਨੂੰ ਹਜੇ ਅਹੁਦੇ ਮਿਲਨੇ ਨੇ। ਨਵੇਂ ਜਿਹੜੇ ਕਮਿਸ਼ਨਰ ਨੇ ਕਈ ਜਗ੍ਹਾ ਤੈਨਾਤ ਕੀਤੇ ਗਏ ਨੇ। ਲੁਧਿਆਣਾ ਤੁਹਾਡਾ ਜ਼ਿਲ੍ਹਾ ਗਗਨ ਜੀ, ਉੱਥੇ ਨਵੇਂ ਪੁਲਿਸ ਕਮਿਸ਼ਨਰ ਆਏ ਨੇ। ਜਲੰਧਰ ਦੇ ਵਿੱਚ ਡਾਕਟਰ ਸੁਖਚੈਨ ਸਿੰਘ ਗਿੱਲ ਜਿਹੜੇ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੀ, ਉਹਨਾਂ ਦੀ ਤੈਨਾਤੀ ਕੀਤੀ ਗਈ ਹੈ। ਸੋ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਵੀ ਨਵੇਂ ਪੁਲਿਸ ਕਮਿਸ਼ਨਰ ਦੀ ਤੈਨਾਤੀ ਕੀਤੀ ਗਈ ਹੈ। ਸਾਡੇ ਬੜੇ ਇੱਕ ਪੰਜਾਬ ਦੇ ਫਿਰੋਜ਼ਪੁਰ ਤੋਂ ਹੀ ਬੜੇ ਚਰਚਿਤ ਰਹੇ ਨੇ, ਲੋਕਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਵਾਲੇ ਐਸਐਸਪੀ ਸੰਦੀਪ ਗੋਇਲ। ਕੋਵਿਡ ਦੇ ਸਮੇਂ ਬਰਨਾਲੇ 'ਚ ਦੇਖੋ ਉਹਨਾਂ ਨੇ ਕਿੰਨਾ ਪਿੰਡਾਂ ਦੇ ਵਿੱਚ ਖੁਦ ਉਹ ਗਏ ਔਰ ਲੋਕਾਂ 'ਚ ਕਿੱਡੀ ਹਰਮਨ ਪਿਆਰਤਾ ਖੱਟੀ ਸੰਦੀਪ ਗੋਇਲ, ਉਹ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਤੈਨਾਤ ਕੀਤਾ ਗਿਆ। ਹੋਰ ਵੀ ਬੜੇ ਪੁਲਿਸ ਦੇ ਅਫਸਰ ਨੇ ਜਿਹੜੇ ਤੈਨਾਤ ਨੇ। ਹਾਂ, ਮੈਨੂੰ ਇਹ ਲੱਗਦਾ ਕਿ ਡਿਲੀਵਰ ਕਰਨ ਵਾਲੇ ਜਿਹੜੇ ਪੁਲਿਸ ਅਫਸਰ ਨੇ, ਸੋ ਉਹਨਾਂ ਕੋਲੇ ਚੰਗਾ ਮੌਕਾ ਹੈ ਕਿ ਉਹ ਡਿਲੀਵਰ ਕਰਨ ਔਰ ਲੋਕਾਂ ਦੇ ਵਿੱਚ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਸੇਵਾ ਦੀ, ਉਹਨੂੰ ਪੂਰਾ ਕਰਨ। ਆਉਂਦੇ ਦਿਨਾਂ 'ਚ ਹੋਰ ਵੀ ਕਾਫੀ ਪੁਲਿਸ ਮਹਿਕਮੇ ਦੇ ਤਬਾਦਲੇ ਮੈਨੂੰ ਲੱਗਦਾ ਗਗਨ ਕੀ ਹੋ ਸਕਦੇ। ਜੀ ਬਿਲਕੁਲ, ਸੋ ਜ਼ਰੂਰ ਹੈ ਕਿ ਤਬਾਦਲੇ ਵੀ ਚੋਣਾਂ ਤੋਂ ਪਹਿਲਾਂ ਸਰਕਾਰ ਦੀਆਂ ਸਰਗਰਮੀਆਂ ਦਾ ਇੱਕ ਹਿੱਸਾ ਜ਼ਰੂਰ ਹੁੰਦੇ ਨੇ। ਸੋ ਡੱਲਾ ਸਾਹਿਬ, ਉੱਧਰ ਹੁਣ ਵਧਾਂਗੇ ਸਿਆਸਤ ਦੇ ਵੱਲ ਚੱਲੀਏ ਤਾਂ ਜਿਸ ਤਰ੍ਹਾਂ ਕੱਲ੍ਹ ਸੁਖਬੀਰ ਸਿੰਘ ਬਾਦਲ ਹੋਣਾ ਨੇ ਭਾਜਪਾ ਨੂੰ ਝਟਕਾ ਦਿੱਤਾ ਹੈ, ਆਖਿਰਕਾਰ ਜਿਸ ਤਰ੍ਹਾਂ ਦੀਆਂ ਕਿਆਸਰਾਈਆਂ ਸੀ, ਅਨਿਲ ਜੋਸ਼ੀ ਅਕਾਲੀ ਦਲ ਦੇ ਵਿੱਚ ਆ ਗਏ ਨੇ ਤੇ ਹੁਣ ਚਰਚਾਵਾਂ ਇਹ ਵੀ ਨੇ ਕਿ ਕਈ ਵੱਡੇ ਚਿਹਰੇ ਭਾਜਪਾ ਦੇ ਹੋਰ ਅਕਾਲੀ ਦਲ ਦੇ ਵਿੱਚ ਆ ਸਕਦੇ ਨੇ, ਕਈ ਚਿਹਰੇ ਆਮ ਆਦਮੀ ਪਾਰਟੀ ਦੇ ਵੀ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਨੇ। ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਬਹੁਤ ਵੱਡੇ ਪੱਧਰ ਦੇ ਉੱਤੇ ਚੁਣੌਤੀ ਬਣੇਗਾ ਸਾਰੀਆਂ ਧਿਰਾਂ ਦੇ ਲਈ। ਦੇਖੋ, ਮੈਨੂੰ ਇਹ ਲੱਗਦਾ ਕਿ ਅਨਿਲ ਜੋਸ਼ੀ ਔਰ ਉਹਨਾਂ ਦੇ ਨਾਲ ਕੁਝ ਹੋਰ ਲੀਡਰ ਗਏ। ਤੁਹਾਡੇ ਸਨਅਤੀ ਕੇਂਦਰ ਲੁਧਿਆਣਾ 'ਚ ਕੁਝ ਲੀਡਰ ਗਏ ਨੇ, ਉਹਨਾਂ ਦੇ ਵਿੱਚੋਂ ਇੱਕ ਤਾਂ ਉਮੀਦਵਾਰ ਵੀ ਸੀ ਬੀਜੇਪੀ ਦਾ, ਉਹ ਹਾਰ ਗਏ ਸੀ ਉਹ। ਸੋ ਬਹੁਤ ਸਾਰੇ ਲੀਡਰ, ਜਦੋਂ ਚੋਣਾਂ ਤੋਂ ਪਹਿਲਾਂ ਦਾ ਵਕਤ ਹੁੰਦਾ ਨਾ, ਬਹੁਤ ਸਾਰੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਆਪਣੀ ਸਹੂਲਤ ਦੇ ਮੁਤਾਬਕ ਪਾਰਟੀ ਬਦਲਦੇ ਨੇ ਵੀ ਕੀ ਉਹਨਾਂ ਨੂੰ ਮੌਜੂਦਾ ਪਾਰਟੀ ਦੇ ਵਿੱਚ ਟਿਕਟ ਮਿਲੂਗੀ। ਅਗਰ ਮਿਲਦੀ ਲੱਗਦੀ ਹੈ ਤੇ ਉਹ ਪਾਰਟੀ 'ਚ ਬਰਕਰਾਰ ਰਹਿੰਦੇ ਆ, ਅਗਰ ਨਹੀਂ ਮਿਲਦੀ ਲੱਗਦੀ ਤੇ ਕਈ ਵਾਰੀ ਉਹ ਪਾਰਟੀ ਬਦਲਦੇ ਨੇ। ਆਪਾਂ ਦੇਖ ਰਹੇ ਹਾਂ ਪੰਜਾਬ 'ਚ ਕਾਂਗਰਸ ਤੋਂ, ਅਕਾਲੀ ਦਲ ਤੋਂ ਬਹੁਤ ਸਾਰੇ ਲੀਡਰ ਆਮ ਆਦਮੀ ਪਾਰਟੀ 'ਚ ਜਾ ਰਹੇ ਨੇ। ਟਿਕਟ ਦੀ ਇੱਛਾ ਰੱਖਣਾ ਕੋਈ ਮਾੜੀ ਗੱਲ। ਜਿਹੜੇ ਲੋਕ ਪੋਲਿਟਿਕਸ ਦੇ ਵਿੱਚ ਨੇ ਉਹਨਾਂ ਦੇ ਲਈ ਟਿਕਟ ਹਾਸਲ ਕਰਕੇ ਚੋਣ ਲੜਨਾ, ਵਿਧਾਨ ਸਭਾ 'ਚ ਪਹੁੰਚਣਾ, ਉਹਨਾਂ ਦੇ ਲਈ ਬਹੁਤ ਵੱਡਾ ਇਹ ਟਾਰਗੇਟ ਹੁੰਦਾ, ਉਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਹੁੰਦਾ। ਹੁਣ ਬਹੁਤ ਸਾਰੇ ਲੀਡਰ ਨੇ ਜਿਹੜੇ ਅਕਾਲੀ ਦਲ ਔਰ ਕਾਂਗਰਸ ਛੱਡ ਕੇ ਜਾ ਰਹੇ ਨੇ ਆਮ ਆਦਮੀ ਪਾਰਟੀ 'ਚ। ਬਹੁਤ ਸਾਰੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਹੋਰ ਪਾਰਟੀਆਂ 'ਚ ਜਾ ਰਹੇ ਨੇ ਔਰ ਕਈ ਲੀਡਰ ਨੇ ਜਿਹੜੇ ਅਕਾਲੀ ਦਲ ਛੱਡ ਕੇ ਜਾਂ ਤਾਂ ਉਹਨਾਂ ਨੇ ਵੱਖਰੀਆਂ ਪਾਰਟੀਆਂ ਬਣਾਈਆਂ ਜਾਂ ਹੋਰ ਪਾਰਟੀਆਂ 'ਚ ਚਲੇ ਗਏ। ਸੋ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਇਸ ਤਰੀਕੇ ਨਾਲ ਹੋ ਰਿਹਾ। ਹੁਣ ਜਿੱਥੇ ਤੱਕ ਬੀਜੇਪੀ ਦੀ ਗੱਲ ਹੈ, ਅਨਿਲ ਜੋਸ਼ੀ ਬਹੁਤ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਰਹੇ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਔਰ ਜਿੰਨੇ ਵੀ ਲੀਡਰ ਹੁਣ ਅਨਿਲ ਜੋਸ਼ੀ ਜਾਂ ਉਹਨਾਂ ਦੇ ਨਾਲ ਗਏ ਨੇ, ਮੈਨੂੰ ਇਹ ਲੱਗਦਾ ਕਿ ਮੌਜੂਦਾ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਨੀ ਹੈ, ਇਹਨਾਂ ਦਾ ਆਪਸ ਦੇ ਵਿੱਚ ਕਿਤੇ ਨਾ ਕਿਤੇ ਅੰਦਰੂਨੀ ਮਤਭੇਦ ਸੀ। ਜਿੰਨੇ ਲੀਡਰ ਵੀ ਗਏ, ਮੌਜੂਦਾ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਹੈ ਪੰਜਾਬ ਦੀ, ਉਹਨਾਂ ਦੇ ਨਾਲ ਵੀ ਮਤਭੇਦ ਸੀ। ਪਰ ਦੂਸਰਾ, ਅਨਿਲ ਜੋਸ਼ੀ ਉਹਨਾਂ ਨੇ ਕਿਸਾਨਾਂ ਦੇ ਮਸਲੇ ਤੇ ਆਵਾਜ਼ ਉਠਾਈ। ਪਰ ਅਨਿਲ ਜੋਸ਼ੀ ਉਹਨਾਂ ਨੇ ਕਿਸਾਨਾਂ ਦੇ ਮਸਲੇ ਤੇ ਜਿਹੜੀ ਆਵਾਜ਼ ਉਠਾਈ ਹੈ, ਮੈਨੂੰ ਲੱਗਦਾ ਉਹ ਬੜੀ ਦੇਰ ਦੇ ਨਾਲ ਉਠਾਈ ਹੈ। ਬੜਾ ਚੰਗਾ ਹੁੰਦਾ ਕਿ ਸ਼ੁਰੂਆਤ ਦੇ ਵਿੱਚ ਹੀ ਅਨਿਲ ਜੋਸ਼ੀ ਸਟੈਂਡ ਲੈਂਦੇ, ਗੱਲ ਕਰਦੇ। ਠੀਕ ਹੈ, ਉਹਨਾਂ ਨੇ ਕਿਹਾ ਕਿ ਮੈਂ ਪਾਰਟੀ ਪਲੇਟਫਾਰਮ ਦੇ ਉੱਤੇ ਕਈ ਵਾਰੀ ਇਹ ਗੱਲ ਕੀਤੀ, ਅਨਿਲ ਜੋਸ਼ੀ ਨੇ ਕਿਹਾ, ਉਹ ਠੀਕ ਹੈ ਕਿ ਉਹ ਹੁਣ ਅਕਾਲੀ ਦਲ 'ਚ ਚਲੇ ਗਏ ਨੇ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਬਿੱਲ ਪਾਸ ਕੀਤੇ ਗਏ, ਜਦੋਂ ਇਹ ਕਾਨੂੰਨ ਬਣਿਆ, ਉਦੋਂ ਅਕਾਲੀ ਦਲ ਸਰਕਾਰ ਦਾ ਹਿੱਸਾ ਸੀ। ਉਹ ਠੀਕ ਹੈ ਕਿ ਬਾਅਦ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਪਰ ਇਹ ਵੀ ਗੱਲ ਅਸੀਂ ਭੁੱਲ ਨਹੀਂ ਸਕਦੇ ਕਿ ਸ਼ੁਰੂ 'ਚ ਤਾਂ ਅਕਾਲੀ ਦਲ ਦੇ ਲੀਡਰ ਵੀ ਕਿਸਾਨਾਂ ਨੂੰ ਸਮਝਾਉਂਦੇ ਰਹੇ ਵੀ ਇਹ ਕਾਨੂੰਨ ਸਹੀ ਨੇ। ਅਕਾਲੀ ਦਲ ਦੇ ਲੀਡਰ ਕਹਿੰਦੇ ਕਿ ਸਾਨੂੰ ਤਾਂ ਇਹ ਕਿਹਾ ਗਿਆ ਸੀ ਵੀ ਤੁਸੀਂ ਕਿਸਾਨਾਂ ਨੂੰ ਸਮਝਾਓ, ਸਭ ਕੁਝ ਠੀਕ ਹੈ। ਤੇ ਬਾਅਦ 'ਚ ਅਕਾਲੀ ਦਲ ਦੇ ਲੀਡਰ ਕਹਿੰਦੇ ਜਦੋਂ ਅਸੀਂ ਦੇਖਿਆ ਕਿ ਇਹ ਠੀਕ ਨਹੀਂ ਹੈ ਤੇ ਅਸੀਂ ਸਰਕਾਰ ਛੱਡਤੀ। ਇਹ ਵੀ ਗੱਲ ਠੀਕ ਹੈ ਕਿ ਪਾਰਲੀਮੈਂਟ ਦੇ ਵਿੱਚ ਹੁਣ ਵੀ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਮਸਲੇ ਤੇ ਪੂਰਾ ਪ੍ਰੋਟੈਸਟ ਕਰ ਰਹੇ ਨੇ, ਪਾਰਲੀਮੈਂਟ ਦੇ ਬਾਹਰ ਵੀ ਪ੍ਰੋਟੈਸਟ ਕਰ ਰਹੇ ਨੇ। ਪਰ ਬੀਜੇਪੀ ਦੇ ਲੀਡਰਾਂ ਦਾ ਬੀਜੇਪੀ ਛੱਡ ਕੇ ਅਕਾਲੀ ਦਲ 'ਚ ਜਾਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਉਹ ਸੀਟਾਂ ਜਿੱਥੇ ਬੀਜੇਪੀ ਨਾਲ ਸਾਡਾ ਸਾਥ ਸੀ, ਸਾਡੇ ਕੋਲੇ ਉੱਥੇ ਤਾਕਤ ਮਿਲੇਗੀ।
ਪਰ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਜਿਹੜੇ ਲੀਡਰ ਅਕਾਲੀ ਦਲ ਬੀਜੇਪੀ ਦੇ ਆਪਣੇ ਨਾਲ ਲੈ ਕੇ ਆ ਰਿਹਾ, ਕੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਜਾਂ ਨਹੀਂ? ਕੀ ਹੁਣ ਅਨਿਲ ਜੋਸ਼ੀ ਉਹਨਾਂ ਨੂੰ ਅੰਮ੍ਰਿਤਸਰ 'ਚ ਉਮੀਦਵਾਰ ਬਣਾਇਆ ਜਾਏਗਾ ਜਾਂ ਨਹੀਂ? ਲੱਗਦਾ ਮੈਨੂੰ ਕਿ ਅਨਿਲ ਜੋਸ਼ੀ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਏਗਾ, ਪਰ ਕੀ ਬਾਕੀ ਜਿਹੜੇ ਉਹਨਾਂ ਦੇ ਨਾਲ ਗਏ ਨੇ ਉਹਨਾਂ ਨੂੰ ਵੀ ਉਮੀਦਵਾਰ ਬਣਾਇਆ ਜਾਏਗਾ? ਇਹਦੇ ਤੇ ਹਜੇ ਸਵਾਲ ਹੈ ਜਿਹੜੇ ਖੜੇ ਹੁੰਦੇ ਨੇ। ਪਰ ਅਕਾਲੀ ਦਲ ਲਈ ਖੁਸ਼ ਹੋਣ ਵਾਲੀ ਗੱਲ ਹੈ ਕਿ ਬੀਜੇਪੀ ਦੇ ਕਈ ਲੀਡਰ ਨੇ ਜਿਹੜੇ ਉਹ ਅਕਾਲੀ ਦਲ ਦੇ ਨਾਲ ਆਏ ਨੇ, ਔਰ ਬੀਜੇਪੀ ਲਈ ਪੰਜਾਬ ਦੇ ਵਿੱਚ ਚਿੰਤਾ ਵਾਲੀ ਗੱਲ ਹੈ ਕਿ ਬੀਜੇਪੀ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਵਿੱਚ ਹਜੇ ਤੱਕ ਕਿਸਾਨ ਅੰਦੋਲਨ ਵਾਲਾ ਮਸਲਾ ਨਿਬੇੜ ਨਹੀਂ ਸਕੀ। ਬੜਾ ਚੰਗਾ ਹੋਵੇ ਅਗਰ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਇਸ ਮਸਲੇ ਨੂੰ ਨਿਬੇੜ ਲੈਣ, ਆਪਸ 'ਚ ਏਕਾ ਹੋ ਜੇ, ਜੱਫੀਆਂ ਪੈ ਜਾਣ ਔਰ ਕਿਸਾਨ ਖੁਸ਼ ਹੋ ਜਾਣ, ਔਰ ਮੋਦੀ ਸਾਹਿਬ ਕਹਿ ਦੇਣ ਕਿ ਆਪਾਂ ਕਿਸਾਨਾਂ ਦੀ ਰਾਏ ਲੈ ਕੇ ਨਵੇਂ ਸਿਰੇ ਤੋਂ ਬਿੱਲ ਜਿਹੜੇ ਕਾਨੂੰਨ ਨੇ ਜਿਹੜੇ ਇਹਨਾਂ ਨੂੰ ਬਣਾਵਾਂਗੇ ਤੇ ਪਾਸ ਕਰਾਵਾਂਗੇ। ਪਰ ਇਹ ਸਿਆਸਤ ਹੈ ਗਗਨ ਜੀ। ਆਉਂਦੇ ਸਮੇਂ 'ਚ ਜੋ ਸਥਿਤੀਆਂ ਨੇ, ਹੋ ਸਕਦਾ ਹੈ ਕਿ ਬੀਜੇਪੀ ਕਿਸਾਨ ਅੰਦੋਲਨ ਦੇ ਨਾਲ ਕਿਸੇ ਤਰ੍ਹਾਂ ਦੇ ਸਮਝੌਤੇ ਦੀ ਸਥਿਤੀ 'ਚ ਆਵੇ। ਕੇਂਦਰ ਦੀ ਸਰਕਾਰ ਕਿਸਾਨਾਂ ਦੇ ਨਾਲ ਕਿਸੇ ਸਮਝੌਤੇ ਦੀ ਸਥਿਤੀ 'ਚ ਆ ਸਕਦੀ ਹੈ, ਜਿੱਥੇ ਕਿਸਾਨ ਔਰ ਕੇਂਦਰ ਸਰਕਾਰ ਦੇ ਵਿਚਾਲੇ ਸਮਝੌਤਾ ਹੋ ਸਕਦਾ ਹੈ। ਹਰ ਮਸਲੇ ਦਾ ਹੱਲ ਅਗਰ ਉਹ ਸਮਝੌਤਾ ਹੋ ਗਿਆ, ਉਸ ਕੇਸ ਦੇ ਵਿੱਚ ਫਿਰ ਪੰਜਾਬ 'ਚ ਜਿਹੜੀ ਬੀਜੇਪੀ ਹੈ ਉਹ ਦੁਬਾਰਾ ਆਪਣੇ ਪੈਰ ਪਸਾਰਨ ਵਾਲੇ ਪਾਸੇ ਸੋਚੇਗੀ। ਅਗਰ ਅਜਿਹਾ ਨਹੀਂ ਹੁੰਦਾ ਤੇ ਫਿਰ ਬੀਜੇਪੀ ਨੂੰ ਪੰਜਾਬ ਦੇ ਵਿੱਚ ਚੰਗਾ ਚੋਖਾ ਨੁਕਸਾਨ ਹੈ ਜਿਹੜਾ ਹੋਏਗਾ। ਹੁਣ ਜਿਹੜੇ ਲੀਡਰ ਅਕਾਲੀ ਦਲ 'ਚ ਗਏ ਨੇ ਬੀਜੇਪੀ ਵਾਲੇ, ਉਹਨਾਂ ਸਾਰਿਆਂ ਨੂੰ ਸ਼ੋਭਿਤ ਛਾਵਾਂਗੇ। ਡੈਮੋਕ੍ਰੇਸੀ ਦੇ ਵਿੱਚ ਸਿਹਤਮੰਦ ਪੋਲੀਟੀਕਲ ਫਾਈਟ ਹੋਣੀ ਚਾਹੀਦੀ ਹੈ। ਸਿਹਤਮੰਦ ਮੇਰਾ ਮੰਨਣਾ ਹੈ ਕਿ ਸਿਆਸਤ ਹੋਣੀ ਚਾਹੀਦੀ ਹੈ ਔਰ ਵਿਰੋਧੀ ਧਿਰ ਵੀ ਮਜ਼ਬੂਤ ਹੋਣੀ ਚਾਹੀਦੀ ਹੈ। ਸੱਤਾ ਧਿਰ ਔਰ ਵਿਰੋਧੀ ਧਿਰ ਦਾ ਇੱਕ ਸੰਤੁਲਨ ਹੋਣਾ ਚਾਹੀਦਾ ਹੈ। ਸੂਬੇ ਦੀ ਪੋਲਿਟਿਕਸ ਦੇ ਲਈ ਉਹ ਬੜਾ ਚੰਗਾ ਹੋ। ਮੈਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦਾ ਮੈਂਬਰ ਬਣਿਆ, ਪਰ ਮੈਨੂੰ ਉਪਰਾਪਨ ਇਸ ਕਰਕੇ ਨਹੀਂ ਲੱਗ ਰਿਹਾ ਕਿ 10 ਸਾਲ ਮੈਂ ਐਮਐਲਏ ਹੁੰਦਿਆਂ ਜਾਂ ਮਿਨਿਸਟਰ ਹੁੰਦਿਆਂ ਵੀ ਇਸੇ ਪਰਿਵਾਰ 'ਚ ਰਹੇ ਹਾਂ, ਇਕੱਠੇ ਬੈਠਦੇ ਰਹੇ ਹਾਂ, ਵਿਧਾਨ ਸਭਾ 'ਚ ਵੀ ਇੱਕ ਸਾਈਡ ਤੇ, ਉਸ ਤੋਂ ਬਾਅਦ ਮਿਨਿਸਟਰ ਬਣਿਆ, ਕੈਬਨਿਟ 'ਚ ਵੀ, ਵਿਧਾਨ ਸਭਾ 'ਚ ਵੀ ਇਕੱਠੇ ਬੈਠਦੇ ਰਹੇ ਹਾਂ। ਤੇ ਬਾਦਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਅਸੀਂ ਬਹੁਤ ਸਾਰੇ ਕੰਮ ਕੀਤੇ ਆ, ਬਹੁਤ ਸਾਰੀ ਡਿਵੈਲਪਮੈਂਟ ਕੀਤੀ ਹੈ। ਤੇ ਆਉਣ ਵਾਲੀ ਜਿਹੜੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਬਸਪਾ ਦੀ ਸਰਕਾਰ ਬਣੂਗੀ, ਉਹਦੇ 'ਚ ਵੀ ਸਾਡਾ ਏਜੰਡਾ ਪ੍ਰਾਇਓਰਿਟੀ ਜਿਹੜੀ ਆ ਉਹ ਪੰਜਾਬ ਦਾ ਸੁਹਾਰਦ, ਭਾਈਚਾਰਾ, ਪੰਜਾਬ ਦੀ ਸ਼ਾਂਤੀ ਤੇ ਡਿਵੈਲਪਮੈਂਟ ਰਹੂਗਾ। ਇੰਡਸਟਰੀ ਦੀ ਤਰੱਕੀ ਹੋਵੇ, ਟ੍ਰੇਡ ਦੀ ਤਰੱਕੀ ਹੋਵੇ, ਕਿਉਂਕਿ ਮੈਂ ਸ਼ਹਿਰ ਦੇ ਵਿੱਚੋਂ ਨੁਮਾਇੰਦਗੀ ਕਰਦਾ, ਸ਼ਹਿਰ ਦੇ ਲੋਕਾਂ ਦੇ ਵਿੱਚੋਂ ਜਿੱਤ ਕੇ ਆਉਣਾ। ਮੈਂ ਪਹਿਲਾਂ ਵੀ ਸ਼ਹਿਰੀਆਂ ਦੇ ਮੁੱਦਿਆਂ ਦੇ ਉੱਤੇ, ਇੰਡਸਟਰੀ ਦੇ ਉੱਤੇ, ਵਪਾਰ ਦੇ ਉੱਤੇ, ਡਿਵੈਲਪਮੈਂਟ ਦੇ ਉੱਤੇ ਬਹੁਤ ਕੰਮ ਕੀਤਾ। ਗੁਰੂ ਦੀ ਨਗਰੀ ਨੂੰ ਅਸੀਂ ਯੂਰਪ ਵਰਗਾ ਸਜਾਇਆ ਸੀ, ਪਰ ਇਸ ਸਰਕਾਰ ਨੇ ਆਣ ਕੇ ਉਹਨੂੰ ਬਰਬਾਦ ਕਰਤਾ। ਇਹ ਝੂਠ ਬੋਲ ਕੇ ਸਰਕਾਰ ਆਈ ਸੀ ਕਾਂਗਰਸ ਦੀ, ਬਹੁਤ ਲੁਭਾਵਨੇ ਵਾਅਦੇ ਕਰਕੇ ਇਹਨਾਂ ਨੇ ਝੂਠ ਮਾਰ ਕੇ, ਸਹੁੰਆਂ ਖਾ ਕੇ ਗੁਟਕਾ ਸਾਹਿਬ ਦੀਆਂ, ਮੈਂ ਬਹੁਤ ਡਿਟੇਲ 'ਚ ਨਹੀਂ ਜਾਵਾਂਗਾ, ਤੁਹਾਨੂੰ ਪਤਾ ਵੋਟਾਂ ਲੋਕਾਂ ਦੀਆਂ ਠੱਗੀਆਂ ਸਨ। ਲੋਕਾਂ ਨੂੰ ਹਵਾਵਾਂ ਦੇ 'ਚ ਉਡਾ ਕੇ ਕਿ ਇਹਨਾਂ ਦੇ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮਾਫ ਕਰਾਂਗੇ, ਜਿਹਦੇ 'ਚ 90,000 ਕਰੋੜ ਰੁਪਈਆ ਬਣਦਾ, ਕਿਉਂਕਿ ਡਿਟੇਲ ਦੱਸੀ ਸੀ ਉਹਨਾਂ ਨੇ ਕਿ ਆੜ੍ਹਤੀਆਂ ਤੱਕ ਦੇ ਪੈਸੇ ਵੀ ਸਰਕਾਰ ਮੋੜੂਗੀ, ਕੋਆਪਰੇਟਿਵ ਬੈਂਕਾਂ ਦੇ ਵੀ, ਨੈਸ਼ਨਲ ਬੈਂਕਾਂ ਦੇ ਵੀ ਤੇ ਆੜ੍ਹਤੀਆਂ ਦੇ ਵੀ। ਤੁਹਾਡੇ ਸਾਹਮਣੇ 90,000 ਕਰੋੜ ਰੁਪਈਆ ਬਣਦਾ। ਕਿੱਡਾ ਵੱਡਾ ਝੂਠ ਲੋਕਾਂ ਨੂੰ ਹਵਾਵਾਂ 'ਚ ਝੂਠੇ ਦਵਾਏ, ਕੀਤਾ ਕੁਛ ਨਹੀਂ। ਜੋਸ਼ੀ ਜੀ ਦੀ ਆਦਤਾਂ ਮੇਰੀਆਂ ਵਰਗੀਆਂ ਹੀ ਹੈ, ਦਲੇਰ ਵੀ ਪੂਰੇ ਹੈ, ਧੱਕੜ ਵੀ ਹੈ। ਇੱਕ ਇਹਨਾਂ ਨੂੰ ਡਿਵੈਲਪਮੈਂਟ ਦਾ ਬੜਾ ਸ਼ੌਂਕ ਹੈ। ਤੁਸੀਂ ਇਹਨਾਂ ਦੇ ਹਲਕੇ ਜਾ ਕੇ ਜਾਓ, ਅੰਮ੍ਰਿਤਸਰ ਸ਼ਹਿਰ ਜਾ ਕੇ ਦੇਖੋ, ਨਕਸ਼ਾ ਬਦਲ ਦਿੱਤਾ। ਮੈਨੂੰ ਯਾਦ ਹੈ ਮੈਂ ਡਿਪਟੀ ਸੀਐਮ ਸੀ ਜਾਂ ਮੇਰੇ ਨਾਲ ਮਿਨਿਸਟਰ ਸੀ, ਅਸੀਂ ਪਲੈਨਿੰਗ ਕੀਤੀ ਕਿ ਗੁਰੂ ਦੀ ਨਗਰੀ ਨੂੰ ਸਜਾਉਣਾ ਹੈ। ਅਸੀਂ ਕਿਤੇ ਨਾ ਕਿਤੋਂ ਪੈਸਾ ਲਾ ਕੇ, ਮੈਨੂੰ ਲੱਗਦਾ 1000, 1500, 2000 ਕਰੋੜ ਤੋਂ ਵੱਧ ਲਾਇਆ ਹੋਣਾ ਹੈ। ਸਾਰਾ ਨਕਸ਼ਾ ਬਦਲਿਆ। ਬੰਦੇ ਬੰਦੇ ਤੇ ਨਿਰਭਰ ਹੁੰਦਾ ਹੈ। ਉਸੇ ਹੀ ਕੁਰਸੀ ਤੇ ਅੱਜ ਕਾਂਗਰਸ ਦਾ ਪ੍ਰਧਾਨ ਬੈਠਾ ਸੀ, ਉਸੇ ਮਹਿਕਮੇ 'ਚ ਇੱਕ ਇੱਟ ਨਹੀਂ ਲੱਗੀ 2.5 ਸਾਲ ਜਦੋਂ ਮੰਤਰੀ ਉਸ ਮਹਿਕਮੇ ਦਾ ਸੀ। ਫਰਕ ਹੈ ਕਿਉਂਕਿ ਉਹਦੇ ਮਨ 'ਚ ਸੋਚ ਤਰੱਕੀ ਨਹੀਂ, ਉਹਦੀ ਕੱਲੀ ਸੋਚ ਹੈ ਐਵੇਂ ਰੌਲਾ ਪਾਉਣਾ, ਡਰਾਮੇ ਕਰਨੇ। ਅੱਜ ਆਪਾਂ ਨੂੰ ਫੈਸਲਾ ਕਰਨਾ ਹੈ ਕਿ ਆਪਣੇ ਪੰਜਾਬੀਆਂ ਦੀ ਕਿਹੜੀ ਪਾਰਟੀ ਹੈ। ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ 'ਚ ਰਹਿ ਕੇ ਪੰਜਾਬੀਆਂ ਦੇ ਹੱਕ ਤੇ ਲੜਾਈ ਲੜਦੀ ਹੈ। ਇੱਕੋ ਇੱਕ ਪਾਰਟੀ ਹੈ ਜਿਹੜੀ ਵਚਨ ਦਿੰਦੀ ਹੈ
ਕਿ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੀ ਭਾਈਚਾਰਕ ਸਾਂਝ ਰੱਖਣੀ ਸਾਡੀ ਜਨ ਜ਼ਿੰਮੇਵਾਰੀ ਹੈ। ਸਾਡੀ ਮੇਰੀ ਜਾਨ ਜਾ ਸਕਦੀ, ਸਾਡੀ ਲੀਡਰਸ਼ਿਪ ਦੀ ਜਾਨ ਜਾ ਸਕਦੀ ਹੈ, ਪਰ ਅਸੀਂ ਪੰਜਾਬ ਵਿੱਚ ਕਿਤੇ ਵੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ। ਕਈ ਇੱਥੇ ਪ੍ਰੈਸ ਵਾਲੇ ਵੀਰਾਂ ਦਾ ਇੱਕੋ ਸਵਾਲ ਹੁੰਦਾ ਕਿ ਤੁਹਾਡੀ ਵੀ ਆਪਸ 'ਚ ਮਾੜੀ ਮੋਟੀ ਖੜਕਦੀ ਰਹਿੰਦੀ ਸੀ। ਗੁੱਸਾ ਨਾ ਕਰਿਓ, ਖੜਕਦੀ ਤਾਂ ਤੁਹਾਡੀ ਵੀ ਆਪਸ 'ਚ ਬੜੀ ਆ, ਖੜਕਦੀ ਕਿਹਦੀ ਨਹੀਂ ਅੱਜ ਕੱਲ, ਮਗਰ ਅਸੀਂ ਹੁਣ ਰਲ ਕੇ ਖੜਕਾ ਕਰਨਾ ਹੈ। ਔਰ ਜਦੋਂ ਰਲ ਕੇ ਖੜਕਾ ਕੀਤਾ ਤੇ ਠੋਕੋ ਤਾਲੀ ਨੂੰ ਵੀ ਖੜਕਾ ਕੇ ਰੱਖ ਦਿਆਂਗੇ ਕਿ ਉਸ ਹਿੰਮਤੀ ਵੀਰ ਨੂੰ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਜਿੱਥੇ ਜੀ ਆਇਆਂ ਨੂੰ ਕਹਿਣਾ, ਉੱਥੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਹੂੰਗਾ ਕਿ ਸਾਬਕਾ ਕੈਬਨਿਟ ਮਿਨਿਸਟਰ 2 ਵਾਰੀ ਐਮਐਲਏ ਰਹੇ ਭਾਜਪਾ 'ਚ, ਔਰ ਮੈਂ ਗੱਲ ਕਹਿੰਦੇ ਮੈਨੂੰ ਫਖਰ ਹੁੰਦਾ ਕਿ ਕਿਸਾਨੀ ਦੇ ਦਰਦ ਨੂੰ ਔਰ ਕਿਸਾਨੀ ਤੇ ਪੰਜਾਬ, ਕਿਉਂਕਿ ਇੱਕ ਐਗਰੀਕਲਚਰ ਇਕਨੋਮੀ ਹੈ, ਜੇ ਕਿਸਾਨੀ ਪ੍ਰਫੁੱਲਿਤ ਤੇ ਆੜਤੀਏ ਦਾ ਕੰਮ ਚੱਲੂ, ਜੇ ਆੜਤੀਏ ਦਾ ਚੱਲੂ ਤੇ ਦੁਕਾਨਦਾਰ ਦਾ ਚੱਲੂ। ਇਹ ਐਗਰੀਕਲਚਰ ਇਕਨੋਮੀ, ਦੁਕਾਨਦਾਰੀ, ਸ਼ਹਿਰੀ ਪਿੰਡੂ ਲੋਕ, ਇਹ 9 ਮਾਸ ਦਾ ਰਿਸ਼ਤਾ ਜਿਹੜੇ ਇੱਕ ਦੂਜੇ ਨਾਲ ਜੁੜੇ ਆ। ਉਸ ਗੱਲ ਨੂੰ ਸਮਝਦਿਆਂ ਜੇ ਕਿਸਾਨ ਭਰਾਵਾਂ ਤੇ ਕਾਲੇ ਕਾਨੂੰਨ ਥੋਪੇ ਗਏ, ਜੇ ਬੇਇਨਸਾਫੀ ਹੋਈ, ਲੰਮਾ ਸਮਾਂ ਕੋਸ਼ਿਸ਼ ਕੀਤੀ ਕਿ ਇਹ ਫੈਸਲੇ ਬਦਲੇ ਜਾਣ, ਮਗਰ ਜਿਸ ਦਿਨ ਨਹੀਂ ਬਦਲੇ ਗਏ, ਠੋਕ ਕੇ ਆਪਦੀ ਆਵਾਜ਼ ਬੁਲੰਦ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆ। ਮੈਂ ਜੀ ਆਇਆਂ ਨੂੰ ਕਹਿਣਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਕਹਿਣਾ ਕਿ ਉਹਨਾਂ ਨੂੰ ਸਰੋਪਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਜਾਵੇ। एक बड़ी इम्पॉर्टेंट डेवलपमेंट हुई है। हम सब इस बात के जानकार हैं, हमें पता है कि दिखावे के लिए अकाली दल और भारतीय जनता पार्टी यानी कि एसएडी और बीजेपी का गठबंधन टूट गया और अकाली दल ने बीजेपी का साथ छोड़ दिया। लेकिन मैं आपको पूरी जिम्मेदारी से ये बताना चाहता हूं और मैं अभी प्रूफ करूंगा कि आज भी अकाली दल और बीजेपी का गठबंधन अलायंस पंजाब में बरकरार है। पूरी तरीके से बीजेपी और अकाली दल साथ मिलकर इलेक्शंस लड़ रहे हैं और इनकी अलायंस जो एक एक्सप्लिसिट अलायंस थी, अब वो एक इंप्लिसिट अलायंस बन गई है। ਡੱਲਾ ਸਾਹਿਬ, ਜਿਸ ਤਰ੍ਹਾਂ ਕਿਸਾਨਾਂ ਦੀ ਵੱਲੋਂ ਹੁਣ ਅੰਦੋਲਨ ਦੀ ਸ਼ੁਰੂਆਤ ਪੰਜਾਬ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਕਰ ਦਿੱਤੀ ਹੈ, ਅੰਦੋਲਨ ਪਾਰਟ 2 ਕਹਿ ਸਕਦੇ ਹਾਂ, ਜਿਸ ਤਰ੍ਹਾਂ ਕਿਸਾਨਾਂ ਨੇ ਪੰਜਾਬ ਦੇ ਵਿੱਚੋਂ ਚੁਣੌਤੀ ਹੁਣ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੂੰ ਦਿੱਤੀ ਹੈ। ਕੀ ਲੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਲਈ ਕਿੱਡੀ ਕੁ ਵੱਡੀ ਚੁਣੌਤੀ ਵੇਖ ਰਹੇ ਹੋ, ਕਿਉਂਕਿ ਕਿਸਾਨਾਂ ਨੇ ਸਾਫ਼ ਐਲਾਨ ਕਰਤਾ ਕਿ ਅਣਮਿੱਥੇ ਸਮੇਂ ਦੇ ਲਈ ਸਾਡਾ ਇਹ ਪ੍ਰਦਰਸ਼ਨ ਰਹੇਗਾ। ਹੁਣ ਦੇਖਣ ਵਾਲੀ ਗਗਨ ਇੱਥੇ ਇਹ ਹੋਏਗੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਉਹਨਾਂ ਵੱਲ ਵੀ ਬਹੁਤ ਵੱਡੀ ਰਾਸ਼ੀ ਖੜੀ ਹੈ। 100 ਕਰੋੜ ਤੋਂ ਜ਼ਿਆਦਾ ਬਕਾਇਆ ਉਹਨਾਂ ਵੱਲ ਖੜਾ ਹੈ, ਔਰ ਸਰਕਾਰੀ ਤੌਰ ਦੇ ਉੱਤੇ 55 ਕਰੋੜ ਰੁਪਏ ਦਾ ਜਿਹੜਾ ਪੈਸਾ ਹੈ ਸਹਿਕਾਰੀ ਖੰਡ ਮਿੱਲਾਂ ਵੱਲ ਬਕਾਇਆ। ਸੋ ਵੱਡੀ ਗਿਣਤੀ 'ਚ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨੇ ਪ੍ਰੋਟੈਸਟ ਸ਼ੁਰੂ ਕੀਤਾ ਔਰ ਕਿਸਾਨਾਂ ਦਾ ਲਗਾਤਾਰ ਕਹਿਣਾ ਹੈ ਕਿ ਸੂਬੇ 'ਚ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ ਔਰ ਸੂਬਾ ਸਰਕਾਰ ਨੂੰ ਵੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਐਗਰੀਕਲਚਰ ਉਤਪਾਦਨ ਵਾਲੇ ਪਾਸੇ। ਗਗਨ, ਇੱਥੇ ਮੈਂ ਫਿਰ ਇੱਕ ਵਾਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਜ਼ਰੂਰ ਕਰਨਾ ਚਾਹੁੰਦਾ। ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਚਾਹੁੰਦੇ ਨੇ ਕਿ ਜਦ ਤੱਕ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਜਿਹੜਾ ਉਤਪਾਦਨ ਹੈ, ਉਹਦੀ ਮਾਰਕੀਟਿੰਗ ਹੈ, ਅਸੀਂ ਮਿਆਰੀ ਪੱਧਰ ਤੇ ਨਹੀਂ ਕਰਦੇ, ਜਦ ਤੱਕ ਸਾਨੂੰ ਆਪਣਾ ਉਤਪਾਦਨ ਮਜਬੂਰੀ 'ਚ ਵੇਚਣਾ ਪਊਗਾ, ਤਦ ਤੱਕ ਕਿਸਾਨ ਦੀ ਖੁਸ਼ਹਾਲੀ ਨਹੀਂ ਹੋਣੀ। ਜਦੋਂ ਤੱਕ ਸੂਬਾ ਆਪਣੇ ਖੇਤੀ ਉਤਪਾਦਨ ਦੀ ਮੁਕੰਮਲ ਵਿਉਂਤਬੰਦੀ ਨਹੀਂ ਕਰਦਾ ਕਿ ਅਸੀਂ ਖੇਤੀ ਦਾ ਉਤਪਾਦਨ ਕਿਵੇਂ ਕਰਨਾ ਹੈ ਤੇ ਅਸੀਂ ਖੇਤੀ ਦੇ ਉਤਪਾਦਨ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ, ਤਦ ਤੱਕ ਖੇਤੀਬਾੜੀ ਸੈਕਟਰ ਨੂੰ ਘਾਟੇ 'ਚੋਂ ਨਹੀਂ ਕੱਢਿਆ ਜਾ ਸਕਣਾ। ਔਰ ਇਹ ਹੁਣ ਸਰਕਾਰਾਂ ਦੀ ਮਜਬੂਰੀ ਹੈ ਕਿ ਸਰਕਾਰਾਂ ਕੋਲੇ ਏਡੇ ਏਡੇ ਬਕਾਏ ਖੜੇ ਨੇ, ਕਿਉਂਕਿ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਜਿਸ ਪਾਸੇ ਜਿਹੜਾ ਸਾਡਾ ਆਮਦਨ ਹੈ, ਸਾਡੇ ਸੂਬੇ ਦੀ ਆਮਦਨ ਹੈ, ਉਹਨੂੰ ਵਧਾਇਆ ਜਾ ਸਕੇ। ਔਰ ਇਸ ਪਾਸੇ ਮੁੱਖ ਰੂਪ ਦੇ ਵਿੱਚ ਧਿਆਨ ਕੇਂਦਰਿਤ ਕੀਤਾ ਹੋਇਆ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿ ਖੇਤੀਬਾੜੀ ਦੀਆਂ ਜਿਹੜੀਆਂ ਸਾਡੀਆਂ ਉਪਜਾਂ ਨੇ, ਅਸੀਂ ਉਹਦੇ ਲਈ ਵਿਉਂਤਬੰਦੀ ਕਿਸ ਤਰ੍ਹਾਂ ਦੀ ਬਣਾਈਏ। ਦੇਖੋ, ਥੋੜਾ ਸਮਾਂ ਲੱਗਦਾ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣ ਦੇ ਲਈ, ਪਰ ਪੰਜਾਬ ਦੇ ਲੋਕ ਸਾਰੇ ਬੜੀ ਚੰਗੀ ਤਰ੍ਹਾਂ ਹੁਣ ਸਮਝਣ ਲੱਗ ਗਏ। ਅਸੀਂ ਗਗਨ, ਇਸ ਵਕਤ ਜ਼ਰੂਰਤ ਇਹ ਹੈ
ਕਿ ਅਸੀਂ ਇੱਧਰਲੇ ਉੱਧਰਲੇ ਮੁੱਦਿਆਂ ਦੀ ਬਜਾਏ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਨਿਰੋਲ ਮਸਲੇ ਨੇ ਉਸ ਪਾਸੇ ਧਿਆਨ ਦੇਈਏ। ਅਸੀਂ ਆਪਣੇ ਖੇਤੀਬਾੜੀ ਉਤਪਾਦਨ ਦੀ ਮਾਰਕੀਟਿੰਗ ਕਿਵੇਂ ਕਰਨੀ ਹੈ, ਖੇਤੀਬਾੜੀ ਨੂੰ ਅਸੀਂ ਕਿਵੇਂ ਚੰਗੇ ਮੁੱਲ ਤੇ ਵੇਚਣਾ ਹੈ ਪੂਰੇ ਮੁਲਕ ਦੇ ਵਿੱਚ, ਅਸੀਂ ਖੇਤੀਬਾੜੀ ਤੋਂ ਕਿਵੇਂ ਆਪਣੇ ਸੂਬੇ ਦੀ ਆਮਦਨ ਵਧਾਉਣੀ ਹੈ, ਅਸੀਂ ਸ਼ਰਾਬ ਨੂੰ ਸਰਕਾਰੀ ਤੌਰ ਤੇ ਵੇਚ ਕੇ ਸੂਬੇ ਦੀ ਆਮਦਨ ਕਿਵੇਂ ਵਧਾਉਣੀ ਹੈ, ਅਸੀਂ ਰੇਤੇ ਨੂੰ ਮਾਫੀਏ ਤੋਂ ਮੁਕਤ ਕਰਕੇ ਸੂਬੇ ਦੀ ਆਮਦਨ ਕਿਵੇਂ ਵਧਾਉਣੀ ਹੈ, ਅਸੀਂ ਪੰਜਾਬ ਦੇ ਪਾਣੀ ਨੂੰ ਬਾਜ਼ਾਰੀਕਰਨ ਕਰਕੇ ਸੂਬੇ ਦੀ ਆਮਦਨ ਕਿਵੇਂ ਵਧਾਉਣੀ ਹੈ, ਅਸੀਂ ਆਪਣੇ ਹੋਰ ਕੁਦਰਤੀ ਸਰੋਤਾਂ ਨੂੰ, ਅਸੀਂ ਪੰਜਾਬ ਦੇ ਵਿੱਚ ਸੈਲਾਨੀਆਂ ਦੀ ਆਮਦ ਨੂੰ, ਟੂਰਿਜ਼ਮ ਨੂੰ ਕਿਵੇਂ ਮਜ਼ਬੂਤ ਕਰਨਾ। ਇਸ ਦੇਖੋ, ਹਿਮਾਚਲ ਪ੍ਰਦੇਸ਼ ਸਿਰਫ ਟੂਰਿਜ਼ਮ ਆਧਾਰਿਤ ਸੂਬਾ ਹੈ, ਹਿਮਾਚਲ ਪ੍ਰਦੇਸ਼ ਸਿਰਫ ਸੈਰ ਸਪਾਟੇ ਤੇ ਆਧਾਰਿਤ ਹੈ, ਪਰ ਪੂਰੀ ਦੁਨੀਆ ਤੋਂ ਅਗਰ ਲੋਕ ਹਿਮਾਚਲ ਪ੍ਰਦੇਸ਼ 'ਚ ਆ ਸਕਦੇ ਨੇ ਤੇ ਪੰਜਾਬ 'ਚ ਕਿਉਂ ਨਹੀਂ ਆ ਸਕਦੇ? ਠੀਕ ਹੈ, ਹਿਮਾਚਲ 'ਚ ਪਹਾੜ ਹੈ, ਪੰਜਾਬ 'ਚ ਇਤਿਹਾਸ ਹੈ ਕਿੱਡਾ, ਪੰਜਾਬ 'ਚ ਕਿੱਡਾ ਸਾਡੇ ਥਾਵਾਂ ਨੇ, ਸਾਡੇ ਦਰਬਾਰ ਸਾਹਿਬ ਦੇਖਣ ਦੁਨੀਆ 'ਚ ਸਭ ਤੋਂ ਵੱਧ ਮੈਨੂੰ ਲੱਗਦਾ ਸ਼ਰਧਾਲੂ ਆਉਂਦੇ ਨੇ। ਦੁਨੀਆ 'ਚ ਸ਼ਾਇਦ ਹੀ ਕੋਈ ਅਜਿਹੀ ਥਾਂ ਹੋਵੇ ਜਿੱਥੇ 24 ਘੰਟੇ 7 ਦਿਨ ਸ਼ਰਧਾਲੂ ਐਡੀ ਵੱਡੀ ਤਾਦਾਦ ਦੇ ਵਿੱਚ ਆਉਂਦੇ ਨੇ। ਸੋ ਦਰਬਾਰ ਸਾਹਿਬ ਦੀ, ਜਿੱਥੇ ਸੈਲਾਨੀ ਦਰਬਾਰ ਸਾਹਿਬ ਆਉਂਦੇ ਨੇ, ਅਸੀਂ ਬਾਕੀ ਆਪਣੇ ਜਿਹੜੇ ਕੇਂਦਰ ਨੇ, ਆਪਣੀਆਂ ਯਾਦਗਾਰਾਂ ਨੇ, ਸ਼ਹੀਦੀ ਯਾਦਗਾਰਾਂ ਨੇ, ਅਸੀਂ ਸਾਡੀਆਂ ਸੈਰਗਾਹਾਂ ਨੇ, ਅਸੀਂ ਸਾਡੀਆਂ ਸਾਡੀਆਂ ਅਜਿਹੀਆਂ ਖੂਬਸੂਰਤ ਵਾਦੀਆਂ ਨੇ, ਪਠਾਨਕੋਟ ਵਾਲਾ ਇਲਾਕਾ ਉਹਨੂੰ ਸ਼ਿੰਗਾਰਿਆ ਜਾ ਸਕਦਾ ਹੈ, ਇਤਿਹਾਸਿਕ ਇਮਾਰਤਾਂ ਯਾਦਗਾਰਾਂ ਨੇ, ਸਾਡੀ ਖੇਤੀਬਾੜੀ ਯੂਨੀਵਰਸਿਟੀ ਹੈ ਜਿਹਨੂੰ ਆਪਣੇ ਆਪ ਦੇ ਵਿੱਚ ਅਸੀਂ ਲੋਕਾਂ ਦੇ ਲਈ ਇੱਕ ਖਿੱਚ ਦੇ ਕੇਂਦਰ ਵੱਲੋਂ ਪ੍ਰਸਿੱਧ ਕਰ ਸਕਦੇ ਹਾਂ। ਖੇਤੀਬਾੜੀ ਯੂਨੀਵਰਸਿਟੀ 'ਚ ਕਿੰਨੇ ਖੂਹ ਨੇ, ਸੈਲਾਨੀਆਂ ਨੇ, ਵੱਡੀ ਗਿਣਤੀ ਸੈਲਾਨੀਆਂ ਨੇ ਅੱਜ ਦੇ ਸਮੇਂ ਖੂਹ ਨਹੀਂ ਦੇਖੇ ਹੋਣੇ। ਸੋ ਬਾਗ ਕਿੱਡੇ, ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿੰਨੇ ਬਾਗ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ, ਕਈ ਛੋਟੀਆਂ ਚੀਜ਼ਾਂ ਹੋ ਸਕਦੀਆਂ ਨੇ, ਲੇਕਿਨ ਉਹਨਾਂ ਦਾ ਅਗਰ ਅਸੀਂ ਮਿਆਰੀਕਰਨ ਕਰ ਦਈਏ, ਉਸ ਪਾਸੇ ਨੀਤੀਗਤ ਫੈਸਲੇ ਹੋਣ, ਚੰਗੀ ਇਨਵੈਸਟਮੈਂਟ ਹੋਵੇ, ਤੇ ਕਿੰਨਾ ਅਸੀਂ ਆਪਣੇ ਸੂਬੇ ਦੀ ਆਮਦਨ ਦੇ ਵਿੱਚ ਵਾਧਾ ਪਾ ਸਕਦੇ ਹਾਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਸ ਪਾਸੇ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਔਰ ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਉਹਨਾਂ ਦਾ ਏਜੰਡਾ ਹੈ ਪਹਿਲਾ, ਕਿ ਜਦ ਤੱਕ ਸੂਬਾ ਆਪਣੇ ਪੈਰਾਂ ਤੇ ਨਹੀਂ ਖੜਾ ਹੋਏਗਾ ਗਗਨ, ਵਿਕਾਸ ਕਿੱਥੋਂ ਹੋਣਾ ਹੈ। ਸਾਡੇ ਕੋਲੇ ਆਮਦਨ ਦੇ ਸਰੋਤ ਕੁਦਰਤੀ ਸਾਧਨਾਂ ਤੋਂ ਬਣ ਗਏ ਤੇ ਫਿਰ ਕੱਚੇ ਅਧਿਆਪਕ ਵੀ ਪੱਕੇ ਆ, ਫਿਰ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਨੇ, ਪੈਨਸ਼ਨਾਂ ਵੀ ਵਧਣਗੀਆਂ, ਫਿਰ ਕਿਸਾਨਾਂ ਦੇ ਬਕਾਏ ਵੀ ਨਿਕਲਣਗੇ, ਫਿਰ ਸਰਕਾਰੀ ਬਕਾਏ ਵੀ ਨਹੀਂ ਰਹਿਣੇ। ਸੋ ਸਾਰਾ ਕੁਝ ਸੂਬੇ ਦੀ ਆਰਥਿਕ ਸਿਹਤ ਨਾਲ ਜੁੜਿਆ, ਆਮਦਨ ਨਾਲ ਜੁੜਿਆ। ਸੋ ਸਰਕਾਰ ਨੂੰ ਆਮਦਨ ਦੇ ਵਸੀਲੇ ਪੈਦਾ ਕਰਨੇ ਨੇ। ਮੈਂ ਬਾਰ-ਬਾਰ ਕਹਿੰਦਾ ਹੁੰਦਾ, ਤਾਮਿਲਨਾਡੂ ਦਾ ਮਾਡਲ ਦੇਖ ਲਓ, ਕੇਵਲ ਸਰਕਾਰੀ ਚੱਲ ਰਹੀ ਹੈ ਕਈ ਸੂਬਿਆਂ 'ਚ, ਇੱਕੋ ਸੂਬੇ 'ਚ ਜੋ ਮੈਨੂੰ ਪਤਾ ਹੈ, ਕੇਵਲ ਸਰਕਾਰੀ ਚੱਲ ਰਹੀ ਹੈ, ਸਰਕਾਰ ਲਈ ਆਮਦਨ ਦਾ ਸਰੋਤ ਹੈ। ਹਰ ਪਾਸਿਓਂ ਟੈਕਸਾਂ ਤੇ ਸਰਕਾਰਾਂ ਨਹੀਂ ਹੁਣ ਚੱਲੀਆਂ। ਸਾਡੀ ਐਗਰੀਕਲਚਰ ਇਕਨੋਮੀ ਕਿਉਂ ਡੈਮੇਜ ਹੋ ਰਹੀ ਹੈ? ਕਿਉਂਕਿ ਸਰਕਾਰਾਂ ਟੈਕਸਾਂ ਤੇ ਚੱਲ ਰਹੀਆਂ। ਪੈਟਰੋਲ ਤੇ ਡੀਜ਼ਲ ਦੇ ਵੈਟ ਤੋਂ ਸਰਕਾਰਾਂ ਬਹੁਤ ਕੁਝ ਚਲਾ ਰਹੀਆਂ ਨੇ, ਜਦ ਕਿ ਅਸੀਂ ਕੌਮਾਂਤਰੀ ਪੱਧਰ ਤੇ ਆਪਣੇ ਮੁਲਕ ਦੇ ਟੂਰਿਜ਼ਮ ਨੂੰ ਹੀ ਪ੍ਰਮੋਟ ਕਰ ਲਈਏ ਜਦੋਂ ਮੁਲਕ ਦੀ ਗੱਲ ਆਉਂਦੀ ਹੈ। ਸੋ ਸਾਨੂੰ ਕੁਦਰਤੀ ਸਾਧਨ ਬਹੁਤ ਨੇ ਸਾਡੇ, ਉਹਨਾਂ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ। ਔਰ ਕਿਸਾਨਾਂ ਦੇ ਮਸਲੇ ਤਾਂ ਹੀ ਖਤਮ ਹੋਣੇ ਨੇ ਜਦੋਂ ਸੂਬੇ ਕੋਲੇ ਪੈਸਾ ਹੋਵੇ, ਔਰ ਸੂਬਾ ਐਡੀ ਤਾਕਤ ਦਊਗਾ ਕਿਸਾਨਾਂ ਦੇ ਮਾਰਕੀਟਿੰਗ ਦੇ ਪ੍ਰਬੰਧ ਨੂੰ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਕੌਮਾਂਤਰੀ ਬਾਜ਼ਾਰਾਂ ਤੱਕ ਪਹੁੰਚਣ, ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚਣ। ਅੱਜ ਅਸੀਂ ਅਨੰਦਪੁਰ ਸਾਹਿਬ ਤੋਂ ਕਾਫਲਾ ਲੈ ਕੇ ਆਏ ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਤੋਂ, ਤੇ ਇਹ ਕਾਫਲਾ ਅੱਜ ਦਿੱਲੀ ਨੂੰ ਜਾ ਰਿਹਾ ਹੈ। ਤੇ ਇਹੋ ਜਿਹੇ ਕਾਫਲੇ ਅਸੀਂ ਲਗਾਤਾਰ ਲਿਜਾਂਦੇ ਰਹਿੰਦੇ, ਹਫ਼ਤਾ 10 ਦਿਨ ਬਾਅਦ। ਤੇ ਅੱਜ ਜਿਹੜਾ ਹੈ ਅਨੰਦਪੁਰ ਸਾਹਿਬ ਤੋਂ ਇਹ ਕਾਫਲਾ ਦਿੱਲੀ ਸਿੰਘੂ ਬਾਰਡਰ ਤੱਕ ਜਾਏਗਾ। ਕਿਸਾਨੀ ਸੰਘਰਸ਼ ਜਿਹੜਾ ਚੱਲ ਰਿਹਾ ਉਹਦਾ ਕੀ ਸਟੇਟਸ ਆ ਹੁਣ ਤੱਕ ਜਿਹੜਾ ਹੈਗਾ, ਕਿੱਥੇ ਪਹੁੰਚਿਆ ਤੇ ਕੇਂਦਰ ਸਰਕਾਰ ਦਾ ਕੀ ਰਵੱਈਆ ਹੁੰਦਾ? ਕੇਂਦਰ ਸਰਕਾਰ ਦਾ ਰਵੱਈਆ ਜਿਹੜਾ ਹੈ ਉਹ ਰਾਜਹੱਠ ਹੈ, ਕਿ ਰਾਜਹੱਠ ਜਿਹੜਾ ਹੈ ਨਾ ਦੇਸ਼ ਵਾਸਤੇ ਠੀਕ ਹੁੰਦਾ ਹੈ, ਨਾ ਉਹਨਾਂ ਦੇ ਆਪਣੇ ਵਾਸਤੇ ਠੀਕ ਹੁੰਦਾ ਹੈ। ਰਾਜਹੱਠ ਭਾਵੇਂ ਆਪਾਂ ਰਾਵਣ ਦਾ ਦੇਖ ਲਈਏ, ਭਾਵੇਂ ਆਪਾਂ ਦੁਰਯੋਧਨ ਦਾ ਦੇਖ ਲਈਏ, ਇਹ ਰਾਜਹੱਠ ਦੇਸ਼ ਨੂੰ ਵੀ ਤਬਾਹ ਕਰਦਾ ਹੈ ਤੇ ਉਹਨਾਂ ਦੇ ਆਪਣੇ ਪਰਿਵਾਰ ਨੂੰ ਵੀ ਤਬਾਹ ਕਰਦਾ ਹੈ। ਤੇ 9 ਮਹੀਨੇ ਹੋ ਗਏ ਨੇ ਦਿੱਲੀ ਦੀ ਸੜਕਾਂ 'ਤੇ ਬੈਠੇ, 600 ਕਿਸਾਨਾਂ ਤੋਂ ਜ਼ਿਆਦਾ ਅੱਜ ਤੱਕ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ। ਪਰ ਸਰਕਾਰ ਜਿਹੜੀ ਆਪਣੀ ਹੱਠ ਧਰਮੀ ਤੇ ਅੜੀ ਹੋਈ ਹੈ, ਇਸ ਦੇਸ਼ ਨੂੰ ਕਾਰਪੋਰੇਟ ਕੋਲ, ਕੰਪਨੀਆਂ ਕੋਲ ਵੇਚਣਾ ਚਾਹੁੰਦੀ ਹੈ ਤੇ ਦੇਸ਼ ਦਾ ਕਿਸਾਨ ਇਸ ਦੇਸ਼ ਨੂੰ ਬਚਾਉਣ ਵਾਸਤੇ ਸੜਕਾਂ 'ਤੇ ਬੈਠਾ ਹੋਵੇ। ਜੀ,
ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਕਿਸਾਨਾਂ ਦੇ ਹੱਲ ਹੁਣ ਕਿਤੇ ਨਾ ਕਿਤੇ, ਜਿੱਥੇ ਕੇਂਦਰ ਸਰਕਾਰ ਦੇ ਲਈ ਬਹੁਤ ਵੱਡੀ ਚੁਣੌਤੀ ਸੀ ਤੇ ਹੁਣ ਪੰਜਾਬ ਸਰਕਾਰ ਦੇ ਲਈ ਵੀ ਕਿਸਾਨਾਂ ਦਾ ਹੱਲ ਚੁਣੌਤੀ ਬਣਿਆ ਹੈ। ਕਿਸਾਨਾਂ ਦੇ ਵੱਲੋਂ ਜ਼ਰੂਰ ਇਹ ਚੁਣੌਤੀ ਬਣਾ ਦਿੱਤੀ ਗਈ ਹੈ, ਉਹ ਵੀ ਉਸ ਵਕਤ ਜਦੋਂ ਪੰਜਾਬ ਦੇ ਵਿੱਚ ਚੋਣਾਂ ਨੂੰ ਸਿਰਫ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ। ਸੋ ਕਾਂਗਰਸ ਸਰਕਾਰ ਦੇ ਅੱਗੇ ਚੁਣੌਤੀਆਂ ਬਹੁਤ ਨੇ। ਉਹਨਾਂ ਚੁਣੌਤੀਆਂ ਦੇ ਵਿੱਚ ਇੱਕ ਚੁਣੌਤੀ ਹੋਰ ਜੁੜ ਚੁੱਕੀ ਹੈ ਤੇ ਉਹ ਹੈ ਕਿਸਾਨ ਅੰਦੋਲਨ ਦਾ ਪਾਰਟ 2, ਜੋ ਜਲੰਧਰ ਦੇ GT ਰੋਡ ਤੋਂ ਆਰੰਭਿਆ ਗਿਆ। ਸੋ ਜੋ ਵੀ ਕੁਝ ਹੋਏਗਾ ਆਉਣ ਵਾਲੇ ਦਿਨਾਂ ਦੀ ਸਿਆਸਤ ਦੇ ਵਿੱਚ, ਉਸ ਦੇ ਉੱਤੇ ਨਿਗਾਹ ਬਣਾ ਕੇ ਰੱਖਾਂਗੇ। ਫਿਲਹਾਲ ਤੇ ਹੁਣ ਇਜਾਜ਼ਤ ਲਵਾਂਗੇ। ਡੱਲਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਕਰਾਂ ਜੀ ਤੁਹਾਡਾ ਵੀ, ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ।